सच होए। वाहिगुरु जी की फतेह है। बिघन विनाशन सोए। एक अंकारा सतगुरु जे प्रसाद सच होए।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਪੂਰਬ ਸਰਬ ਦਰਬ ਕੋ ਲਈ, ਪਾਛੇ ਤੇ ਘਰ ਅਸਣ ਅਚਈ। ਸੁਣ ਕੈ ਸਿੱਖ ਸੋ ਤੂਸ਼ਣ ਰਹਿਓ, ਬਦੇ ਚਿੰਤ ਸਰਤਾ ਮਨ ਬਹਿਓ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ। ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਚਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰਬ ਸਰਬ ਦਰਬ ਕੋ ਲਈ, ਪਾਛੇ ਤੇ ਘਰ ਅਸਨ ਅਚਈ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ, ਇੱਕ ਜਗਿਆਸੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਰਤਾਰਪੁਰ ਸਾਹਿਬ ਆਇਆ ਤੇ ਆ ਕੇ ਸਵਾਲ ਕੀਤਾ ਕਿ ਸਤਿਗੁਰੂ ਜੀ, ਆਪ ਜੀ ਦੀ ਮਹਿਮਾ ਬਹੁਤ ਸੁਣੀ ਹੈ ਤੇ ਕਿਰਪਾ ਕਰਕੇ ਮੈਨੂੰ ਇਹ ਦੱਸੋ, ਮੈਂ ਸਿੱਖ ਬਣਾ ਜਾਂ ਮੈਂ ਫਕੀਰ ਬਣ ਜਾਵਾਂ ਤੇ ਜਾਂ ਮੈਂ ਗ੍ਰਸਤੀ ਬਣਾ, ਤਿੰਨਾਂ ਦੇ ਵਿੱਚੋਂ ਕੀ ਬਣਾ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਾਣਦੇ ਸਨ, ਜੇ ਅੱਖਰਾਂ ਦੇ ਨਾਲ ਸਮਝਾਇਆ ਹੋ ਸਕਦਾ ਇਹਨੂੰ ਸਮਝ ਛੇਤੀ ਲੱਗੇ ਨਾ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਪਹਿਲੋਂ ਸਾਡਾ ਇੱਕ ਕੰਮ ਕਰਕੇ ਆ, ਫਿਰ ਜਦੋਂ ਵਾਪਸ ਆਏਗਾ ਤੈਨੂੰ ਫਿਰ ਇਹਦਾ ਸਵਾਲ ਦਾ ਜਵਾਬ ਦੇਵਾਂਗੇ ਕੀ ਬਣੇ। ਹੁਣ ਉਹ ਕੰਮ ਕੀ ਸੀ? ਗੁਰੂ ਸਾਹਿਬ ਜੀ ਕਹਿੰਦੇ ਸਾਡਾ ਹੁਕਮਨਾਮਾ ਲੈ ਜਾ, ਫਲਾਣੇ ਪਿੰਡ ਦੇ ਵਿੱਚ ਇੱਕ ਫਲਾਣੇ ਨਾਮ ਦਾ ਸਿੱਖ ਰਹਿੰਦਾ ਹੈ, ਨਾ ਪਤਾ ਪੁੱਛ ਕੇ ਪਹੁੰਚ ਜਾ ਕੇ ਹੁਕਮਨਾਮਾ ਦੇ। ਔਰ ਹੁਕਮਨਾਮਾ ਦੇ ਕੇ ਉਸ ਸਿੱਖ ਤੋਂ 200 ਰੁਪਏ ਲੈ ਕੇ ਆਉਣੇ ਨੇ। ਹੁਣ ਇਹ ਉਹ ਸਿੱਖ ਦੇ ਘਰ ਪਹੁੰਚਿਆ ਹੈ, ਜਾ ਕੇ ਗੁਰੂ ਸਾਹਿਬ ਦਾ ਹੁਕਮਨਾਮਾ ਦਿੱਤਾ। ਹੁਕਮਨਾਮਾ ਉਸ ਸਿੱਖ ਨੇ ਸਿਰ ਮੱਥੇ ਤੇ ਪ੍ਰਵਾਨ ਕੀਤਾ ਤੇ ਸਤਿਗੁਰੂ ਜੀ ਦਾ ਸਿੱਖ ਜਾਣ ਕੇ ਉਸ ਸਿੱਖ ਨੇ ਆਏ ਹੋਏ ਇਸ ਸਿੱਖ ਦੀ ਪ੍ਰਾਹੁਣਾ ਚਾਣੀ ਕੀਤੀ ਕਿ ਭਾਈ ਬੈਠ, ਪਾਣੀ ਛਕ, ਪ੍ਰਸ਼ਾਦਾ ਤਿਆਰ ਕਰਨੇ ਹਾਂ, ਦੁੱਧ ਤਿਆਰ ਕਰਨੇ ਆ। ਪਰ ਅੱਗੋਂ ਇਹ ਜਿਹੜਾ ਹੁਕਮਨਾਮਾ ਲੈ ਕੇ ਆਇਆ ਹੈ, ਹੁਣ ਇਹ ਅੱਗੋਂ ਜਵਾਬ ਦੇ ਰਿਹਾ ਹੈ ਕਿ ਪ੍ਰਸ਼ਾਦਾ ਤਾਂ ਛਕਾਂਗਾ, ਪਾਣੀ ਤਾਂ ਛਕਾਂਗਾ। ਪੂਰਬ ਸਰਬ ਦਰਬ ਕੋ ਲਈ, ਪਾਛੇ ਤੇ ਘਰ ਅਸਨ ਚਈ, ਕਿ ਇਹ ਮੈਨੂੰ ਗੁਰੂ ਸਾਹਿਬ ਦਾ ਹੁਕਮ ਹੈ। ਪਹਿਲੋਂ 200 ਰੁਪਏ ਗਿਣ ਕੇ ਲੈਣੇ ਨੇ ਤੇ ਫਿਰ ਕੋਈ ਜਲ ਪਾਣੀ ਤੇਰੇ ਘਰ ਦਾ ਛਕਣਾ ਹੈ। ਸੁਣ ਕੈ ਸਿੱਖ ਸੋ ਤੂਸ਼ਣ ਰਹਿਓ, ਬਦੇ ਚਿੰਤ ਸਰਤਾ ਮਨ ਬਹਿਓ। ਤੇ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ, ਸਿੱਖ ਬਹੁਤ ਹੀ ਗਰੀਬ ਹੈ। ਕਈ ਦਿਨ ਤੋਂ ਬਾਅਦ ਇੱਕ ਵਕਤ ਦੀ ਰੋਟੀ ਖਾਣ ਨੂੰ ਮਿਲਦੀ ਹੈ, ਔਰ ਉਹਨਾਂ ਸਮਿਆਂ ਦੇ ਵਿੱਚ 200 ਰੁਪਇਆ ਦੇਣਾ
चिंता का विषय तो है सी, चिंता की नदी ਵਿੱਚ ਜਿਵੇਂ डुब गया। सिख चुप हो गया कि गुरु साहब का हुक्म है, तो गुरु साहब के हुक्म ਨੂੰ सिर मत्थे ते केवल प्रवान ही नहीं करना, इन्हू पूरा भी करना है। कहते देऊं करो क्या काजा, सिक्खी पढ़न रहे किव आजा। हुण सिख दे अंदर चिंता इस गल की है कि हुण करा की, 200 रुपये कित्थों लिया के देवां, ते जे 200 रुपया नहीं दिंदा तो मेरी सिक्खी कायम नहीं रहिंदी। ये अज सिक्खी की परख है, तो सिक्खी दे इस परख के परचे विचों मैं फेल हो जावांगा। घर में है सोच नहीं अस कोई, बेच बाजार देओ तन जोई। घर दे विच ऐसा कोई साजो समान नहीं जिहड़ा वेच के बाजार विच 200 रुपया ले आवां। और घर भी जिहड़े कच्चे सन, जे घर भी वेचण तो 200 रुपया घर वेच के भी नहीं मिलता। घर नूं लैणा किन्ने है। हुण चिंता इस गल की कि वेचा की ते 200 रुपया लियावां कित्थों। तेह तनुजा को पंच सह हुतो शाह एक देत। पर कुछ दिन पहलों एक शाहूकार इस सिख दे घर आया सी, 500 रुपया दे रहा सी, रिश्ता लेंदा सी ते धी दा, कि अपनी धी दा रिश्ता मेरे नाल कर दे। विआह करदे 500 रुपया उहदे वजों दिंदा सी कि इहनूं सगन समझ लै, ते जा इहदा मुੱਲ समझ लै, जो भी समझे 500 रुपया रख लै, ते धी दा रिश्ता मेरे नाल कर दे। अग को दर्प पछाण कै सिख ना पूरब लेत। पर सिख गुरु का सिख सी, जानता सी धी भैन का पैसा खाना पाप है, कि धी वेच के पैसे थोड़ी लैने, भावें रोटी मिले ना मिले। है तो कहन नूं ते विआह ही सी कि मेरे नाल विआह कर दे। पर गुरु के सिख ने वो रुपया भी वापस मोड़ दिता, शाहूकार ने भी वापस मोड़ दिता। द्वै घटका बीते जब वैसे, तेह अंगना बोले तब ऐसे। 2 घड़ियां केवल चुप होके खामोश होके गुरु का सिख बैठा रहा, चिंता दे विच पिया होया सोचते रहा। जो 2 को घड़ियां लंघ गई, फिर इहदे घर वाली ने, इहदी पत्नी ने इस तरह बोल गए, क्यों चिंता चित मैं तब कीन, जो हम टिक सो सतगुरु देन। घर वाली कहती अपने पति नूं, तुसीं चिंता दे विच इन्ने क्यों डुब गए, क्योंकि साडे कोल अपना है कि जो कुछ दिता गुरु का दिता होई ते है। जो हम टिक सो सतगुरु देन, जो सतगुरु ने सानू दिता है साडे कोल उही है, जां जो साडे कोल है सतगुरु का दिता होया है। फिर सानू चिंता कहती गुरु का है, गुरु नूं ही देना है। लेहो सुता को द्वैसो अब ही, सतगुरु हेत देहो सो तब ही। ये साडे धी भी साडे धी नहीं, गुरु की धी है, साडा तो कुछ भी नहीं। ये केवल सिखा ने पढ़िया नहीं सी कि कबीर मेरा मुझ में किस नहीं, जो कुछ है सो तेरा। तेरा तुझको सौंप दे क्या लागे मेरा, इनू कमाया भी है। हुण घर वाले कहते कि शाहूकार दे कोल जाओ, 200 रुपया गुरु साहब के हुक्मनामे की भेटा देने हैं, उत्थों लैके आओ। धी का रिश्ता जिहड़ा पहलों मोड़िया से रिश्ता कर आओ। जे निज हित ले मैं अग होए, परोपकार दोष न कोई। जे तो असीं अपने लालच वास्ते कोई पैसे लेंदे फिर तो पाप सी। ये धी भी गुरु का, पैसा भी गुरु का, हुक्म भी गुरु का, फिर इहदे विच पाप ना जानी। ये गुरु का दिता होया गुरु नूं देना है। तूरण के जाए उठ कर काजा, राखो सिक्खे को प्रण आजा। हुण घर वाले समझाउंदे कि छेती नाल उठो, ये काम नूं करो, ये सिक्खी दे अपने प्रण नूं कमा लवो। सिक्खी का परचा है, इस परचे दे विचों पास होने का यतन तो करिए। पास होना कि नहीं होना तो सतगुरु जी जानते हैं। सुन सलाह ऐसे नजते है कि
ਮਾਨੀ ਮਨ ਕਰ ਭਾਵਤ ਨੇਕੇ। ਘਰ ਵਾਲੀ ਦੀ ਸਲਾਹ ਸੁਣ ਕੇ ਉਹ ਸਿੱਖ ਨੂੰ ਚੰਗੀ ਵੀ ਲੱਗੀ, ਸਿੱਖ ਨੇ ਮੰਨ ਵੀ ਲਈ। ਗਮਨਿਓ ਟਿਕ ਤਬ ਸ਼ਾਹ ਕੇ ਬੈਠਿਓ ਭਜਨ ਅਲਾਏ। ਔਰ ਇਹ ਜਿਹੜਾ ਹੁਕਮਨਾਮਾ ਲੈ ਕੇ ਆਇਆ ਸਾਰਾ ਕੁਝ ਸੁਣ ਵੀ ਰਿਹਾ ਹੈ, ਵੇਖ ਵੀ ਰਿਹਾ ਹੈ। ਕਿਸੇ ਉੱਠ ਕੇ ਚਲਾ ਗਿਆ ਹੈ, ਸ਼ੌਕਤ ਦੇ ਕੋਲ ਗਿਆ, ਜਾ ਕੇ ਬੈਠਿਆ ਹੈ ਤੇ ਕੋਲ ਬੈਠਦਿਆਂ ਨਾਲੇ ਗੱਲ ਕਹੀ। ਸਹਿਸ ਹਟਾਏ ਦਰਬ ਤੇ ਸੁੱਤਾ ਪਿਆ ਲੈ ਜਾਏ। ਸਿੱਖ ਕਹਿੰਦਾ ਸ਼ਾਹ ਜੀ 250 ਰੁਪਇਆ ਦੇ ਦਿਓ ਤੇ ਮੇਰੀ ਧੀ ਨੂੰ ਘਰ ਆ ਕੇ ਜਦੋਂ ਚਾਹੋ ਉਦੋਂ ਵਿਆਹ ਕੇ ਲੈ ਜਾਓ। 250 ਰੁਪਏ ਦੀ ਲੋੜ ਹੈ। ਕਹਿ ਸ਼ਾਹੋ ਤਮ ਲਿਹੋ ਬਧੇਰੇ। ਦਰਬ ਵਿਸਾਲ ਸਦਨ ਮਹਿ ਮੇਰੇ। ਇਹ ਸ਼ੌਕਰ ਅੱਗੋਂ ਕਹਿੰਦਾ ਹੈ ਸਿੱਖ ਨੂੰ ਕਿ ਭਾਈ 250 ਕਿਉਂ, ਮੈਂ ਤੇ 500 ਦੇਣਾ ਸੀ, ਤੂੰ 1000 2000 ਵੀ ਲੈ। ਇੱਥੇ ਰੁਪਈਏ ਪੈਸੇ ਦੀ ਘਾਟ ਕੋਈ ਨਹੀਂ, ਮੇਰੇ ਕੋਲ ਰੁਪਈਆ ਪੈਸਾ ਬੜਾ ਹੈ। ਦਾਰਦ ਇੱਕ ਬਾਰ ਨਿਜ ਕੋਈ, ਸੁਖ ਪਾਵੋ ਕਰ ਸ਼ੰਕ ਨ ਕੋਈ। ਤੇ ਭਾਈ ਤੂੰ 1000 2000 ਇਕੱਠੇ ਲੈ ਜਾ, ਆਪਣੀ ਗਰੀਬੀ ਦੂਰ ਕਰ ਲੈ, ਸੁੱਖ ਦੇ ਨਾਲ ਬਾਕੀ ਦੀ ਜ਼ਿੰਦਗੀ ਬਤੀਤ ਹੋਏਗੀ, ਇਹਦੇ ਵਿੱਚ ਸ਼ੰਕਾ ਨਾ ਕਰੀ। ਕਿਉਂਕਿ ਜੇ ਧੀ ਦਾ ਰਿਸ਼ਤਾ ਤੂੰ ਕਰ ਹੀ ਦਿੱਤਾ ਤੇ ਧੀ ਦਾ ਪੈਸਾ ਵੀ ਤਾਂ ਤੇਰਾ ਹੀ ਪੈਸਾ ਹੈ। ਸੁਣੋ ਚਾਹੇ ਮੁਝ ਅਵਰ ਨ ਕੋਈ, ਜਾਚੇ ਜਿੱਤੇ ਦੀਜੀਏ ਸੋਈ। ਇਹ ਸ਼ੌਕਰ ਕਹਿੰਦਾ ਕਿ ਮੈਂ ਤੇਰੀ ਧੀ ਨੂੰ ਖੁਸ਼ ਰੱਖਾਂਗਾ। ਪਰ ਅੱਗੋਂ ਸਿੱਖ ਨੇ ਕਿਹਾ ਕਿ ਸ਼ੌਕਰ ਜੀ ਸੁਣੋ, ਮੈਨੂੰ ਸਿਰਫ 250 ਰੁਪਏ ਦੀ ਲੋੜ ਹੈ, 250 ਤੋਂ ਵੱਧ ਮੈਨੂੰ ਚਾਹੀਦੀ ਨਹੀਂ, ਬਸ ਜਿੰਨੀ ਕੁ ਲੋੜ ਹੈ 250 ਰੁਪਇਆ ਦੇ ਦਿਓ। ਅਸ ਕਹਿ ਲੈ ਤਬ ਸਹਿਜ ਅਟਾਏ। ਆਣ ਸਿੱਖ ਕੇ ਭੇਟ ਚੜਾਈ। 250 ਰੁਪਇਆ ਸ਼ੌਕਰ ਨੇ ਦਿੱਤਾ। ਸਿੱਖ 250 ਰੁਪਇਆ ਲੈ ਕੇ ਆਇਆ। 200 ਰੁਪਇਆ ਪਹਿਲਾਂ ਜਿਹੜਾ ਹੁਕਮਨਾਮੇ ਦੇ ਵਿੱਚ ਲਿਖਿਆ ਹੈ ਉਹ ਫੜਾਇਆ, 50 ਰੁਪਏ ਫਿਰ ਫੜਾਏ। 250 ਰੁਪਇਆ ਗੁਰੂ ਕੇ ਸਿੱਖ ਨੇ ਉਸ ਹੁਕਮਨਾਮੇ ਲਿਆਉਣ ਵਾਲੇ ਮਨੁੱਖ ਨੂੰ ਫੜਾਏ। 2 ਸੈ ਸਤਿਗੁਰ ਕੋ ਦਿਓ, ਸਿੱਖ ਕੇ ਭੇਟ 50। ਤੇ ਨਾਲੇ ਕਿਹਾ ਭਾਈ ਇਹ 200 ਰੁਪਇਆ ਗੁਰੂ ਸਾਹਿਬ ਦੀ ਭੇਟਾ ਹੈ, ਜਿਹੜਾ ਹੁਕਮ ਸੀ। ਇਹ 50 ਰੁਪਏ ਤੇਰੀ ਭੇਟਾ ਹੈ, ਸਿੱਖ ਦੀ ਸੇਵਾ ਹੈ। ਕਰ ਭੋਜਨ ਬਿਸਮੈ ਭਇਓ, ਚਲਿਓ ਗੁਰੂ ਕੇ ਪਾਸ। ਉਸ ਹੁਕਮਨਾਮਾ ਲਿਆਉਣ ਵਾਲੇ ਨੇ 250 ਰੁਪਇਆ ਆਪਣੀ ਜੇਬ 'ਚ ਪਾਇਆ। ਉਸ ਤੋਂ ਬਾਅਦ ਪਾਣੀ ਦਾ ਗਲਾਸ ਪੀਤਾ। ਸਿੱਖ ਨੇ ਰੁੱਖਾ ਸੁੱਖਾ ਜਿਵੇਂ ਦਾ ਲੰਗਰ ਤਿਆਰ ਕੀਤਾ ਦੀ ਭੋਜਨ ਛਕਿਆ। ਫਿਰ ਧੰਨ ਗੁਰੂ ਨਾਨਕ ਸਾਹਿਬ ਦੇ ਵਾਲੇ ਪਾਸੇ ਉਹ ਹੁਕਮਨਾਮਾ ਦੇਣ ਵਾਲਾ 250 ਰੁਪਇਆ ਲੈ ਕੇ ਵਾਪਸ ਚੱਲ ਪਿਆ। ਮਗ ਮਹਿ ਭਏ ਦੁਪਹਿਰੇ ਜਬ ਹੀ, ਪਿਕ ਇੱਕ ਸਾਧੂ ਬੈਠ ਗਇਓ ਤਬ ਹੀ। ਚਲਦੇ ਚਲਦੇ ਰਾਹ ਦੇ ਵਿੱਚ ਦੁਪਹਿਰ ਹੋ ਗਈ, ਕੁਝ ਥਕਾਵਟ ਵੀ ਹੋਈ। ਇੱਕ ਇਹਨੇ ਸਾਹਮਣੇ ਰੁੱਖ ਦੇ ਥੱਲੇ ਬੈਠਾ ਹੋਇਆ ਸਾਧੂ ਦੇਖਿਆ ਕਿ ਜਿੱਥੇ ਐਨ ਧੁੱਪ ਪੈ ਰਹੀ ਹੈ, ਧੁੱਪ ਨੂੰ ਸੇਕ ਰਿਹਾ ਹੈ। ਉਸ ਧੁੱਪ ਨੂੰ ਸੇਕਦੇ ਹੋਏ ਨੂੰ ਵੇਖ ਕੇ ਇਹ ਵੀ ਜਾ ਕੇ ਕੋਲ ਬੈਠ ਗਿਆ ਹੈ। ਥਕਤ ਭਇਓ ਪਹੁੰਚੋ ਤੇ ਕਾਲਾ, ਤਬ ਇੱਕ ਆਇਓ ਸ਼ਾਹ ਵਿਸਾਲਾ। ਇਹ ਥੱਕਿਆ ਹੋਇਆ ਸੀ, ਜਾ ਕੇ ਇਹ ਵੀ ਬੈਠ ਗਿਆ ਕਿ ਕੁਝ ਸਮਾਂ ਧੁੱਪ ਸੇਕਾਂ, ਆਰਾਮ ਕਰਾਂ, ਫਿਰ ਅੱਗੇ ਚੱਲਾ। ਉਹ ਸਾਧੂ ਨੂੰ ਵੇਖ ਰਿਹਾ ਹੈ ਤੇ ਦੇਖਿਆ ਕਿ ਇੱਕ ਸ਼ੌਕਰ ਆਇਆ ਹੈ। ਸੰਤ ਸਰੂਪ ਬਿਲੋਕ ਕਿਰਪਾਲਾ, ਭੇਟ ਚੜਾਇਓ ਇੱਕ ਦੁਸ਼ਾਲਾ। ਹੁਣ ਜਿਤਨੇ ਵੀ ਆਪ ਜੀ ਬੈਠੇ ਹੋ ਉਹ ਸਵਾਲ ਨੂੰ ਜ਼ਰੂਰ ਚੇਤੇ ਰੱਖਿਓ। ਇਹ ਜਿਹੜਾ ਹੁਕਮਨਾਮਾ ਲੈ ਕੇ ਆਇਆ, ਇਹਨੇ ਸਵਾਲ ਕੀਤਾ ਸੀ ਕਿ ਸਤਿਗੁਰੂ ਜੀ ਮੈਂ ਸਿੱਖ ਬਣਾ, ਫਕੀਰ ਬਣਾ ਕਿ ਜਾਂ ਗ੍ਰਸਤੀ ਧਾਰਨ ਕਰਾਂ। ਔਰ ਗੁਰੂ ਸਾਹਿਬ ਜੀ ਨੇ ਕਿਹਾ ਸੀ ਇਹ ਕੰਮ ਕਰ, ਫਿਰ ਜਵਾਬ ਦਿਆਂਗਾ। ਇਹਨੂੰ ਸ਼ਾਇਦ ਸਮਝ ਨਹੀਂ ਪਈ। ਹੁਣ ਫਕੀਰ ਨੂੰ ਦੇਖਿਆ ਕਿ ਸ਼ੌਕਰ ਆਇਆ ਹੈ, ਔਰ ਸ਼ੌਕਰ ਨੇ ਇੱਕ ਸੰਤ ਸਰੂਪ ਜਾਣ ਕੇ ਬੜਾ ਕੀਮਤੀ ਦੁਸ਼ਾਲਾ ਜਿਹੜਾ ਹੈ ਉਸ ਫਕੀਰ ਦੇ ਉੱਤੇ ਪਾ ਦਿੱਤਾ ਕਿ ਠੰਡ ਹੈ, ਠੰਡ ਦੇ ਵਿੱਚ ਕੰਮ ਆਏਗਾ। ਕਛ ਧਾਰ ਮਧੁਰ ਆਹਾਰ ਅਗਾਰੀ,
ਬੰਧਨ ਕੇ ਨਾ ਭਾਉ ਤਰ ਭਾਰੀ। ਇਸ ਸ਼ਾਹੂਕਾਰ ਨੇ ਕੁਝ ਮਿਸ਼ਟਾਨ ਜਿਹੜਾ ਹੈ, ਮਿੱਠੇ ਪਦਾਰਥ, ਉਹ ਵੀ ਇਸ ਫਕੀਰ ਦੇ ਅੱਗੇ ਰੱਖੇ ਔਰ ਬੜੇ ਪ੍ਰੇਮ ਦੇ ਨਾਲ ਨਮਸਕਾਰ ਵੀ ਕੀਤੀ, ਕੁਝ ਪੈਸੇ ਵੀ ਅੱਗੇ ਰੱਖ ਦਿੱਤੇ। ਦੇ ਕਰ ਭੇਟ ਸ਼ਾਹੂ ਸੋ ਗਇਓ, ਇੱਕ ਪੰਥੇ ਤਬ ਆਵਤ ਭਇਓ। ਕਹਿੰਦੇ ਹੁਕਮਨਾਮਾ ਲਿਜਾਣ ਵਾਲਾ ਤੇ ਵਾਪਸ ਹੋਣ ਵਾਲਾ ਜਿਹੜਾ ਇਹ ਵੇਖ ਰਿਹਾ ਹੈ। ਸ਼ਾਹੂਕਾਰ ਤੇ ਭੇਟਾ ਕਰਕੇ ਚਲਾ ਗਿਆ। ਥੋੜੀ ਦੇਰ ਬਾਅਦ ਇੱਕ ਰਾਹੀ ਹੋਰ ਉੱਥੋਂ ਲੰਘਦਾ ਹੋਇਆ ਆਇਆ। ਤਹਿ ਤੇ ਲੈਨ ਉਚਾਏ ਦੁਸ਼ਾਲਾ, ਗਮਨ ਕੇਨ ਆਗੇ ਤਤਕਾਲਾ। ਹੁਣ ਇਸ ਰਾਹਗੀਰ ਨੇ ਕੀ ਕੀਤਾ, ਸ਼ਾਹੂਕਾਰ ਦੇ ਉੱਤੋਂ ਦੁਸ਼ਾਲਾ ਜਿਹੜਾ ਲਾ ਲਿਆ। ਕੀਮਤੀ ਬੜਾ ਸੀ, ਗਰਮ ਬੜਾ ਸੀ ਕਿ ਫਕੀਰਾਂ ਦਾ ਕੀ ਕੰਮ, ਅੱਗੇ ਪਏ ਹੋਏ ਪੈਸੇ ਵੀ ਚੁੱਕ ਲਿਓ ਔਰ ਅੱਗੇ ਨੂੰ ਚੱਲ ਪਿਆ। ਸੰਤ ਨ ਬੋਲਿਓ ਕਛ ਤਬੈ, ਜਾਣੈ ਉਪੈ ਸਮਾਨ। ਪਰ ਉਹ ਫਕੀਰ ਕੁਝ ਨਹੀਂ ਬੋਲਿਆ, ਉਹਨੇ ਕੁਝ ਜਾਣੇ ਦੋਨਾਂ। ਦੇਨ ਭਲਾ ਨਹਿ ਭਾਖਿਓ, ਲੈਣ ਬੁਰਾ ਨਾ ਬਖਾਣ। ਜਿਹੜਾ ਦੇਣ ਵਾਲਾ ਆਇਆ ਸੀ ਉਹਨੂੰ ਜੀ ਆਇਆ ਕਹਿ ਕਹਿ ਕੇ ਉਹਦੀ ਸਿਫਤਾਂ ਨਹੀਂ ਕੀਤੀਆਂ। ਜਿਹੜਾ ਉੱਤੋਂ ਲਾ ਕੇ ਲੈ ਗਿਆ ਉਹਨੂੰ ਜ਼ਬਾਨ ਦੇ ਨਾਲ ਮਾੜਾ ਨਹੀਂ ਬੋਲਿਆ। ਔਰ ਦੇਖੋ ਸਿੱਖੀ ਦਾ ਮਾਰਗ ਹੀ ਇਹ ਹੈ, ਪਰ ਖਿਮਾ ਕਰਨਾ ਹੁੰਦਾ ਬੜਾ ਉਲਟ ਹੈ। ਔਰ ਬਾਹਰ ਦੀ ਗੱਲ ਛੱਡੀਏ, ਸਾਡੇ ਤੋਂ ਗੁਰੂ ਘਰਾਂ ਵਿੱਚ ਵੀ ਹੋਣ ਲੱਗ ਗਿਆ। ਕੌਡੀ ਦਾ ਕੋਈ ਆਵੇ ਔਰ ਪਤਾ ਕੋਈ ਕੌਡੀਆਂ ਗੁਰੂ ਘਰ ਦੇ ਵਿੱਚ ਦਿੰਦਾ ਹੈ, ਕੁਝ ਨਾ ਕੀਤਾ ਹੋਵੇ ਫਿਰ ਵੀ ਕਹਿੰਦੇ ਚਲੋ ਇਹਨੂੰ ਪਾਓ ਜੀ, ਸਰੂਪਾ ਪਾਓ। ਔਰ ਫਿਰ ਉਹਦੇ ਪਿੱਛੇ ਪਿੱਛੇ ਤੁਰੇ ਫਿਰਦੇ ਨੇ। ਪਰ ਇੱਕ ਆਮ ਆਵੇ ਔਰ ਖਿਮਾ ਕਰਨਾ, ਇਹ ਐਸਾ ਚੱਲਦਾ ਹੈ। ਪ੍ਰੋਗਰਾਮ ਗੁਰੂ ਘਰਾਂ ਦੇ ਵਿੱਚ ਹੁੰਦੇ ਨੇ ਕਿ ਪਤਾ ਜਿਹਨੇ ਬੜਾ ਕੁਝ ਦੇਣਾ, ਫਿਰ ਸਾਰਾ ਸਟਾਫ ਵੀ, ਸਾਰੀ ਕਮੇਟੀ ਵੀ, ਸਾਰੇ ਮੈਂਬਰ ਵੀ। ਇੱਕ ਘਰ ਦੀ ਨਹੀਂ ਗੱਲ, ਗੁਰੂ ਘਰ ਦੀ ਸਾਰਿਆਂ 'ਚ ਹੀ ਹੈ। ਉਹ ਫਿਰ ਪੱਬਾ ਭਾਰ ਹੁੰਦੇ ਨੇ, ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾ ਆ ਜਾਏ। ਇੱਕ ਆਮ ਮਾਤੜ ਦਾ ਮੇਰੇ ਵਰਗੇ ਦਾ ਪ੍ਰੋਗਰਾਮ ਹੋਵੇ ਤੇ ਫਿਰ ਸੇਵਾਦਾਰ ਪ੍ਰਸ਼ਾਦ ਵਰਤਾਉਣ ਵਾਸਤੇ ਵੀ ਨਹੀਂ ਹੁੰਦੇ। ਪਰ ਨਹੀਂ, ਸਿੱਖੀ ਦਾ ਮਾਰਗ ਇਹ ਨਹੀਂ, ਗੁਰੂ ਨੇ ਸਾਨੂੰ ਸਿਖਾਇਆ ਨਹੀਂ। ਉਹ ਇੱਕ ਦੇ ਗਿਆ ਤੇ ਤਾਂ ਵੀ ਉਹਦੀ ਬਹੁਤੀ ਸਿਫਤ ਨਹੀਂ ਕੀਤੀ, ਦੂਜਾ ਲੈ ਗਿਆ ਤੇ ਉਹਨੂੰ ਮਾੜਾ ਨਹੀਂ ਬੋਲਿਆ। ਇੱਕੋ ਜਿਹਾ ਸਿਖਾਇਆ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਨੇ, ਗੁਰੂ ਕਾ ਸਿੱਖ ਹੈ ਹੀ ਕਿ ਭਾਵੇਂ ਕੋਈ ਬਹੁਤ ਕੁਝ ਦੇ ਜੇ, ਭਾਵੇਂ ਕੋਈ ਲੈ ਜੇ, ਭਾਵੇਂ ਮਾਣ ਕਰ ਜੇ, ਭਾਵੇਂ ਅਪਮਾਨ ਕਰ ਜੇ, ਉਹ ਇੱਕੋ ਜਿਹਾ ਜਾਣਦਾ ਹੈ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਇਹ ਸਿੱਖ ਦੀ ਪਰਿਭਾਸ਼ਾ ਹੈ। ਸੁਖ ਸਨੇਹ ਅਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮੰਨੈ। ਇਹ ਸ਼ਬਦ ਵਿੱਚ ਸਾਰੇ ਪਾਵਨ ਬਚਨ ਕਹੇ ਨੇ, ਮਾਣ ਤੇ ਅਪਮਾਨ ਨੂੰ ਬਰਾਬਰ ਜਾਣਦਾ ਹੈ, ਦੁੱਖ ਤੇ ਸੁੱਖ ਨੂੰ ਬਰਾਬਰ ਜਾਣਦਾ, ਉਹੀ ਸਿੱਖ ਹੈ। ਹੁਣ ਇਹਨੂੰ ਕਿਤੇ ਸਮਝ ਲੱਗ ਜੇ, ਇਹ ਦੇਖ ਰਿਹਾ ਹੈ ਕਿ ਦੇਣ ਵਾਲਾ ਦੇ ਵੀ ਗਿਆ, ਲੈਣ ਵਾਲਾ ਲੈ ਵੀ ਗਿਆ। ਸੰਤ ਨੇ ਨਾ ਦੇਣ ਵਾਲੇ ਨੂੰ ਬਹੁਤਾ ਜੀ ਆਇਆ ਕਿਹਾ, ਨਾ ਲਿਜਾਣ ਵਾਲੇ ਨੂੰ ਮਾੜਾ ਬੋਲਿਆ। ਆਇਓ ਹਰਖ ਨਾ ਮਨ ਮੈਂ ਕੀਨੋ, ਗਇਓ ਜਾਬੈ ਔਰ ਸ਼ੋਕ ਨ ਚੀਨੋ। ਕਿ ਸੰਤ ਬਿਲਕੁਲ ਇੱਕੋ ਜਿਹਾ ਬੈਠਾ। ਜਦੋਂ ਆਇਆ ਸੀ ਦੁਸ਼ਾਲਾ, ਕੁਝ ਮਾਇਆ ਸਾਹਮਣੇ ਪਈ ਹੈ ਤੇ ਬਿਲਕੁਲ ਖੁਸ਼ੀ ਦੇ ਨਾਲ ਉੱਠ ਕੇ ਨੱਚਿਆ ਟੱਪਿਆ ਨਹੀਂ। ਜਦੋਂ ਚਲਾ ਗਿਆ ਉਹਦਾ ਦੁੱਖ ਨਹੀਂ ਮਨਾਇਆ। ਸਿੱਖ ਬੈਠਿਓ ਸਭ ਦੇਖ ਤਮਾਸ਼ਾ, ਪੁਣ ਉੱਠ ਚੱਲਿਓ ਹੇਤ ਪ੍ਰਭ ਪਾਸਾ। ਔਰ ਇਹ ਆਪਾਂ ਵਿਚਾਰਨਾ ਜ਼ਰੂਰ ਹੈ। ਹੁੰਦਾ ਸਾਡੇ ਨਾਲ ਇਸੇ ਤਰ੍ਹਾਂ, ਜਦੋਂ ਆਵੇ ਫਿਰ ਬੜੀਆਂ ਖੁਸ਼ੀਆਂ। ਫਿਰ ਗੁਰਮਤ ਮਰਿਆਦਾ ਨੂੰ ਵੀ ਭੁੱਲ ਜਾਂਦੇ, ਗੁਰੂ ਨੂੰ ਵੀ ਭੁੱਲ ਜਾਂਦੇ, ਇਹ ਵੀ ਭੁੱਲ ਜਾਂਦੇ ਅਸੀਂ ਗੁਰੂ ਕੇ ਸਿੱਖ ਹਾਂ। ਕਿਉਂ ਜੇ ਕਹਿੰਦੇ ਬੜਾ ਕੁਛ ਆਇਆ, ਹੁਣ ਪਾਰਟੀ ਕਰਨੀ ਹੈ। ਖੈਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਹ ਸਿੱਖ ਬੈਠਾ ਹੋਇਆ ਸਾਰਾ ਤਮਾਸ਼ਾ ਵੇਖ ਰਿਹਾ ਹੈ। ਕੁਝ ਸਮਾਂ ਬੈਠ ਕੇ ਉੱਠ ਕੇ ਅੱਗੇ ਚਲਾ ਗਿਆ, ਪਰ ਇਹਨੂੰ ਕੋਈ ਸਮਝ ਨਹੀਂ ਪਈ। ਪੰਥ ਚਲਤ ਭਾ ਸੰਧਿਆ ਕਾਲਾ, ਨਿਕਟ ਨਾ ਗ੍ਰਾਮ ਉਜਾੜ ਵਿਸਾਲਾ। ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਰਾਤ ਹੋ ਗਈ, ਕੋਈ ਪਿੰਡ ਨੇੜੇ ਨਹੀਂ ਆਇਆ। ਉਜਾੜ ਹੀ ਉਜਾੜ, ਜੰਗਲ ਦੇ ਵਿੱਚ ਜਾ ਰਿਹਾ ਹੈ।
ਤਰੇ ਬਿਰਕ ਕੈ ਕੀਨੂ ਡੇਰਾ, ਖਗ ਨਰ ਨਾਰੀ ਤਹ ਬਸੇਰਾ। ਕਹਿੰਦੇ ਇਹਨੇ ਰਾਤ ਹੋਈ ਜਾਣ ਕੇ ਇੱਕ ਰੁੱਖ ਦੇ ਥੱਲੇ ਆਪਣਾ ਡੇਰਾ ਲਾ ਲਿਆ ਕਿ ਕਰਤਾਰਪੁਰ ਸਾਹਿਬ ਹਜੇ ਦੂਰ ਹੈ, ਰਾਤ ਪੈ ਗਈ ਹੈ, ਰਾਤੋਂ ਰਾਤ ਪਹੁੰਚਿਆ ਨਹੀਂ ਜਾਣਾ, ਰਸਤਾ ਜੰਗਲ ਵਾਲਾ ਹੈ, ਥਕਾਵਟ ਵੀ ਹੈ ਕਿ ਰਾਤ ਇੱਥੇ ਕੱਟਨੇ, ਫਿਰ ਸਵੇਰੇ ਦੇਖਾਂਗੇ। ਚਾਰ ਘਟੇ ਬੀਤੀ ਜਬ ਰੈਨਾ, ਪੰਖਣ ਪੰਖੀ ਸੋ ਕਹਿ ਬੈਨਾ। ਜਿਹੜੇ ਰੁੱਖ ਦੇ ਥੱਲੇ ਬੈਠਾ ਦੋ ਪੰਛੀ ਰਹਿੰਦੇ ਨੇ, ਔਰ ਇੱਕ ਕਬੂਤਰ ਹੈ, ਦੂਸਰੀ ਕਬੂਤਰੀ ਹੈ। ਚਾਰ ਕੁ ਘੜੀਆਂ ਰਾਤ ਬੀਤ ਗਈ ਔਰ ਉਹਨਾਂ ਨੇ ਦੇਖਿਆ ਕਿ ਸਾਡੇ ਘਰ ਕੋਈ ਪ੍ਰਾਹੁਣਾ ਆਇਆ ਹੈ। ਦੇਖੋ ਪੰਛੀ ਜਿਹੜੇ ਨੇ ਉਹ ਬੋਲਦੇ ਨਹੀਂ, ਉਹਨਾਂ ਦੇ ਵਿੱਚ ਸਮਝ ਨਹੀਂ, ਪਰ ਗੁਰੂ ਸਾਹਿਬ ਜੀ ਨੇ ਸ਼ਾਇਦ ਇੱਥੇ ਸਮਝਾਉਣ ਦੇ ਵਾਸਤੇ ਇੱਕ ਉਦਾਹਰਣ ਵਰਤੀ ਹੈ ਕਵੀ ਸੰਤੋਖ ਸਿੰਘ ਨੇ, ਕਿ ਉਹਨੇ ਸਵਾਲ ਪੁੱਛਿਆ ਸੀ ਗ੍ਰਸਤੀ ਬਣਾ, ਸਿੱਖ ਬਣਾ ਜਾਂ ਫਕੀਰ ਬਣਾ। ਹੁਣ ਇਹਨਾਂ ਦੇਖਿਆ ਕਿ ਸਾਡੇ ਘਰ ਇਹ ਆਲਣਾ, ਸਾਡਾ ਰੁੱਖ, ਸਾਡਾ ਘਰ ਹੈ, ਕੋਈ ਪ੍ਰਾਹੁਣਾ ਆਇਆ ਹੈ ਭੁੱਖਾ। ਅਸ ਕਹਿ ਆਇਓ ਥਿਤ ਹਮਾਰ ਅਗਾਰਾ, ਇਸ ਕੋ ਦੇਣੋ ਬਣੇ ਆਹਾਰਾ। ਕਬੂਤਰੀ ਕਹਿੰਦੀ ਹੈ ਕਬੂਤਰ ਨੂੰ ਕਿ ਸਾਡੇ ਘਰ ਪ੍ਰਾਹੁਣਾ ਆਇਆ ਹੈ ਤੇ ਪ੍ਰਾਹੁਣੇ ਨੂੰ ਕੁਝ ਨਾ ਕੁਝ ਖਾਣ ਵਾਸਤੇ ਦੇਣਾ ਸਾਡਾ ਧਰਮ ਬਣਦਾ ਹੈ। ਅਸ ਕਹਿ ਪੁਰ ਕੋ ਲੈਣ ਉਡਾਰੀ, ਆਨੀ ਅਗਣੀ ਚੁੰਚ ਮਜਾਰੀ। ਕਹਿੰਦੇ ਇਸ ਤਰ੍ਹਾਂ ਕਹਿ ਕੇ ਕਬੂਤਰ ਨੇ ਮਾਰੀ ਉਡਾਰੀ ਪਿੰਡ ਵਾਲੇ ਪਾਸੇ। ਕਬੂਤਰੀ ਜਿਹੜੀ ਉਹ ਛੋਟੇ ਛੋਟੇ ਕੱਖ ਜਿਹੇ ਇਕੱਠੇ ਕਰਕੇ ਲਿਆਏ, ਉਸ ਸਿੱਖ ਦੇ ਅੱਗੇ ਰੱਖ ਜੇ ਕਰੇ। ਥੋੜ੍ਹੇ ਜਿਹੇ ਕੱਖ ਇਕੱਠੇ ਕੀਤੇ, ਕਬੂਤਰ ਜਿਹੜਾ ਹੈ ਉਹ ਚੁੰਝ ਦੇ ਨਾਲ ਕਿਤੋਂ ਅੱਗ ਲੈ ਕੇ ਆਇਆ, ਅੱਗ ਵਾਲੀ ਲੱਕੜੀ ਲੈ ਕੇ ਆਇਆ, ਉਹਨਾਂ ਕੱਖਾਂ ਦੇ ਵਿੱਚ ਉਹ ਰੱਖ ਦਿੱਤੀ। ਦਈ ਸਿੱਖ ਕੋ ਤਤ ਛਿਨ ਲਿਆਏ, ਤ੍ਰਿਣ ਚੁਣ ਪੰਖੇ ਕਰ ਇੱਕ ਥਾਏ। ਉਹ ਅੱਗ ਉਹਨਾਂ ਕੱਖਾਂ ਦੇ ਵਿੱਚ ਰੱਖੀ, ਦੋਵੇਂ ਜਣੇ ਕੱਖ ਹੋਰ ਚੁੱਕ ਚੁੱਕ ਕੇ ਉੱਤੇ ਲਿਆ ਕੇ ਰੱਖ। ਅਗਨ ਜਗਾਏ ਸਿੱਖ ਨੈ ਜਬ ਹੀ, ਗਿਰ ਕੇ ਪਰੇ ਬਹੰਗਣ ਤਬ ਹੀ। ਕਹਿੰਦੇ ਅੱਗ ਧੁੱਖ ਗਈ, ਵੇਖਦੇ ਵੇਖਦੇ ਅੱਗ ਬਲ ਗਈ। ਕੁਝ ਜਿਹੜੇ ਕੱਖ ਨੇ ਉਸ ਸਿੱਖ ਨੇ ਵੀ ਚੁੱਕ ਕੇ ਉੱਤੇ ਰੱਖ ਲਏ ਕਿ ਅੱਗ ਬਾਲ ਕੇ ਸੇਕ ਗਈ। ਜਦੋਂ ਅੱਗ ਬਲੀ, ਜਿਹੜੀ ਕਬੂਤਰੀ ਹੈ ਅੱਗ ਦੇ ਵਿੱਚ ਆ ਡਿੱਗੀ। ਇਸ ਕਰਕੇ ਕੋਈ ਹੋਰ ਕੁਝ ਨਹੀਂ, ਸਾਡੇ ਘਰ ਵਿੱਚ ਆਇਆ ਘੱਟੋ ਘੱਟ ਭੁੱਖਾ ਨਾ ਜਾਏ। ਤਿਸ ਪਛਾਤ ਬਹੰਗ ਗਿਰ ਪਰਿਓ, ਹੁਤੋ ਭੂਖ ਯਤ ਭੋਜਨ ਕਰਿਓ। ਕਹਿੰਦੇ ਉਸੇ ਵੇਲੇ ਕਬੂਤਰੀ ਤੋਂ ਬਾਅਦ ਕਬੂਤਰ ਵੀ ਅੱਗ 'ਚ ਡਿੱਗਿਆ। ਉਹ ਜਿਹੜਾ ਹਜੇ ਸਿੱਖ ਬਣਿਆ ਨਹੀਂ, ਭੁੱਖਾ ਸੀ, ਉਹਨੇ ਭੋਜਨ ਕਰ ਲਿਆ ਜੀ। ਪੂਰਬ ਜਨਮ ਪੰਖ ਤਰ ਜੋਏ, ਗੁਰ ਕੇ ਸਿੱਖ ਸਿੱਖਣੀ ਸੋਏ। ਇੱਥੇ ਕਵੀ ਸੰਤੋਖ ਸਿੰਘ ਜੀ ਵੀ ਕਹਿੰਦੇ ਨੇ ਕਿ ਕਬੂਤਰ ਤੇ ਕਬੂਤਰੀ ਪਿਛਲੇ ਜਨਮ 'ਚ ਇਹ ਦੋਵੇਂ ਗੁਰੂ ਕੇ ਸਿੱਖ ਸਨ। ਕਿਸੂ ਦੋਸ ਤੇ ਖਗ ਤਨ ਪਾਇਓ, ਪਰ ਉਪਕਾਰ ਹੇਤ ਛੁਟਕਾਇਓ। ਪਰ ਅੰਤ ਸਮੇਂ ਇਹਨਾਂ ਨੇ ਮਨ ਦੇ ਵਿੱਚ ਕੋਈ ਫੁਰਨਾ ਐਸਾ ਬਣ ਗਿਆ ਜਾਂ ਦੋਸ਼ ਐਸਾ ਇਹਨਾਂ ਦੇ ਸਿਰ ਲੱਗਿਆ ਕਿ ਇਹਨਾਂ ਨੇ ਸਰੀਰ ਜਿਹੜੇ ਪੰਛੀਆਂ ਵਾਲੇ ਪਾਏ। ਸਿਰ ਪ੍ਰਭ ਤਿਨ ਕੋ ਗਤ ਦਈ, ਭੋਜ ਪਏ ਜਬ ਆਏ। ਇਸ ਢੰਗ ਦੇ ਨਾਲ ਸਤਿਗੁਰੂ ਜੀ ਨੇ ਇਹਨਾਂ ਨੂੰ ਮੁਕਤ ਵੀ ਕੀਤਾ ਔਰ ਉਹਨੂੰ ਸਮਝਾਉਣ ਦਾ ਵੀ ਯਤਨ ਕੀਤਾ। ਜਿਹੜਾ ਆਇਆ ਸੀ ਉਹਨੇ ਭੋਜਨ ਵੀ ਕਰ ਲਿਆ। ਸਭ ਬਿਦ ਅਚਰਜ ਦੇਖ ਕੇ ਚੱਲਿਓ, ਪੰਥ ਤਬ ਧਾਏ। ਇਹਨੂੰ ਤਿੰਨਾਂ ਸਵਾਲਾਂ ਦੇ ਜਵਾਬ ਤੇ ਮਿਲਦੇ ਪਏ ਨੇ, ਪਰ ਇਹਦੇ ਸਮਝ ਵਿੱਚ ਕੋਈ ਨਹੀਂ, ਕੇਵਲ ਹੈਰਾਨ ਹੋ ਕੇ ਇਹ ਦਿਨ ਚੜੇ ਫਿਰ ਅੱਗੇ ਨੂੰ ਚੱਲ ਪਿਆ ਹੈ। ਪਹੁੰਚੋ ਪੁਰ ਕਰਤਾਰ ਮਝਾਰੇ, ਸਰਬ ਦਰਬ ਧਾਰੇ ਗੁਰੂ ਆਕਾਰੇ। ਕਹਿੰਦੇ ਅਗਲੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਆਇਆ ਤੇ ਜਿਹੜਾ ਸਿੱਖ ਨੇ 200 ਗੁਰੂ ਵਾਸਤੇ ਦਿੱਤਾ ਸੀ ਉਹ ਵੀ ਸਤਿਗੁਰੂ ਦੇ ਅੱਗੇ ਰੱਖਿਆ। ਜਿਹੜੇ 50 ਰੁਪਏ ਇਸ ਸਿੱਖ ਦੇ ਭੇਟਾ ਰੱਖੇ ਸੀ, ਇਹਨੇ ਆਪਣੇ ਕੋਲ ਨਹੀਂ ਰੱਖੇ, ਉਹ ਵੀ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੇ, ਸਾਰੀ ਭੇਟਾ ਅੱਗੇ ਰੱਖੀ। ਹਾਥ ਜੋੜ ਕੇ ਬੰਧਨ ਕੀਨੀ, ਲੈਣ ਉਪਦੇਸ਼ ਜਾਸ ਮਤ ਭਿੰਨੀ।
ਭੇਟਾ ਗੁਰੂ ਸਾਹਿਬ ਦੇ ਅੱਗੇ ਰੱਖ ਕੇ ਹੱਥ ਜੋੜ ਕੇ ਨੇ ਨਮਸਕਾਰ ਕੀਤੀ ਤੇ ਗੁਰੂ ਸਾਹਿਬ ਤੋਂ ਉਪਦੇਸ਼ ਲੈਣਾ ਚਾਹੁੰਦਾ ਸੀ। ਸਵਾਲ ਸੀ ਕਿ ਮੈਂ ਬਣਾ ਸਿੱਖ ਫਕੀਰ ਬਣਾ ਜਾਂ ਗ੍ਰਸਤੀ ਬਣਾ। ਬੋਲੇ ਪ੍ਰਭੂ ਨਿਸ਼ਾ ਤਵ ਹੋਏ, ਪ੍ਰਥਮ ਆਏ ਕੈ ਬੂਝਿਓ ਜੋਈ। ਸਤਿਗੁਰੂ ਕਹਿੰਦੇ ਨੇ ਭਾਈ ਸਿੱਖਾ ਤਸੱਲੀ ਹੋ ਗਈ, ਜਿਹੜਾ ਤੂੰ ਪਹਿਲੋਂ ਆ ਕੇ ਸਵਾਲ ਪੁੱਛਿਆ ਸੀ ਸਿੱਖ ਬਣਾ ਫਕੀਰ ਬਣਾ ਕਿ ਗ੍ਰਸਤੀ ਬਣਾ, ਉਹ ਤਸੱਲੀ ਤੇਰੀ ਹੋ ਗਈ, ਸਵਾਲ ਦਾ ਜਵਾਬ ਮਿਲ ਗਿਆ। ਕਹੇ ਸਿੱਖ ਮੈਂ ਕਛੂ ਨਾ ਜਾਣੂ, ਸਮਝਾਵੋ ਅਬ ਕਰੋ ਬਖਾਨੋ। ਸਤਿਗੁਰੂ ਜੀ ਮੈਨੂੰ ਤਾਂ ਕੋਈ ਜਵਾਬ ਨਹੀਂ ਮਿਲਿਆ, ਤੁਸੀਂ ਦੱਸੋਗੇ ਤਾਂ ਹੀ ਪਤਾ ਲੱਗੇਗਾ। ਵੇਖਿਆ ਬੜਾ ਕੁਝ ਪਰ ਸਮਝ ਕੁਝ ਨਹੀਂ ਆਇਆ। ਸਿਰ ਪ੍ਰਭ ਬੋਲੇ ਸਿੱਖ ਤੈ, ਜੈਸੋ ਦੇਖਿਓ ਜਾਏ। ਹੁਣ ਸਤਿਗੁਰੂ ਜੀ ਕਹਿੰਦੇ ਨੇ ਫਿਰ ਸੁਣ, ਤੇਰੇ 3 ਸਵਾਲ ਸਨ, ਸਿੱਖ ਬਣਾ ਫਕੀਰ ਬਣਾ ਜਾਂ ਗ੍ਰਸਤੀ ਬਣਾ। ਔਰ ਗੁਰੂ ਸਾਹਿਬ ਜੀ ਨੇ ਤਿੰਨਾਂ ਨੂੰ ਤਿੰਨੇ ਗੁਣ ਕਹਿ ਦੇ ਕਿ ਸਿੱਖ ਦੇ ਵਿੱਚ ਪਾਏ ਨੇ। ਤੂੰ 3 ਸਵਾਲ ਪੁੱਛੇ ਨੇ, ਤਿੰਨਾਂ ਦੇ ਜਵਾਬ ਸੁਣ। ਜੇ ਤੇ ਸਿੱਖ ਬਣਨਾ ਹੈ ਤੇ ਦੇਖ ਜਿਹੜੇ ਸਿੱਖ ਦੇ ਘਰ ਗਿਆ ਸਫਰ ਉਹਦੇ ਵਰਗਾ ਬਣੀ। ਕਿ ਸਤਿਗੁਰੂ ਜੀ ਨੇ ਭਾਵੇਂ ਬੋਲ ਪੰਚਮ ਪਾਤਸ਼ਾਹ ਜੀ ਦੇ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਸਿੱਖ ਬਣਨਾ ਤੇ ਇਵੇਂ ਦਾ ਬਣੀ, ਸਿੱਖ ਬਣਨਾ ਤੇ ਇਵੇਂ ਦਾ ਬਣੀ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਮਨ ਵੇਚੈ ਸਤਿਗੁਰੂ ਕੇ ਪਾਸ, ਕੇਵਲ ਮਨ ਨਹੀਂ ਤਨ ਨਹੀਂ, ਜੋ ਕੁਛ ਹੈ ਉਹ ਗੁਰੂ ਨੂੰ ਸਮਰਪਣ ਕਰਦੇ ਸਿੱਖ ਬਣਨੇ ਤੇ ਇਵੇਂ ਦਾ ਬਣੀ। ਗੁਰ ਕੋ ਸਰਬਸ ਜਾਣ ਕੈ, ਸੁਤਾ ਵੇਚ ਧਨ ਲਿਆਏ। ਕਿ ਦੇਖ ਉਸ ਸਿੱਖ ਦੀ ਸਿੱਖੀ ਤੂੰ ਵੇਖਾਏ, ਗੁਰੂ ਦੇ ਹੁਕਮ ਨੂੰ ਸਭ ਤੋਂ ਉੱਤੇ ਜਾਣਦੇ ਹੋਏ ਆਪਣੀ ਧੀ ਦਾ ਵਿਆਹ ਕੀ ਇੱਕ ਤਰ੍ਹਾਂ ਦੇ ਨਾਲ ਵੇਚ ਹੀ ਲਿਆ, ਪਰ ਗੁਰੂ ਦੇ ਹੁਕਮ ਨੂੰ ਕਮਾਇਆ ਹੈ। ਸਿੱਖ ਹੋਣ ਜੇ ਮਨ ਲਲਚਾਵੈ, ਤਿਸ ਸਮ ਬਣੋ ਪਰਮ ਗਤ ਪਾਵੈ। ਸਤਿਗੁਰੂ ਕਹਿੰਦੇ ਨੇ ਭਾਈ ਜੇ ਸਿੱਖ ਬਣਨਾ ਨਾ ਫਿਰ ਇਵੇਂ ਦੇ ਬਣੀ। ਜੇ ਸਿੱਖ ਮਨ ਨੂੰ ਬਣਨ ਤੂੰ ਰਾਜੀ ਹੈ ਤੇ ਸਿੱਖ ਇਵੇਂ ਦਾ ਹੀ ਬਣੀ, ਪਰਮ ਗਤੀ ਤਾਂ ਹੀ ਮਿਲੇਗੀ। ਜੇ ਤੂੰ ਚਾਹਤ ਕਰਨ ਫਕੀਰੀ, ਉਰਤੇ ਤਜੋ ਹਰਖ ਦਲਗੇਰੀ। ਤੇ ਜੇ ਤੂੰ ਫਕੀਰ ਬਣਨਾ ਚਾਹੁੰਦਾ ਫਿਰ ਫਕੀਰ ਵਾਲਾ ਤਮਾਸ਼ਾ ਵੇਖੇ। ਫਿਰ ਮਨ ਦੇ ਵਿੱਚ ਬਿਲਕੁਲ ਖੁਸ਼ੀ ਗਮੀ ਨੂੰ ਬਰਾਬਰ ਜਾਣੀ। ਕੁਝ ਆ ਜਾਏ ਤੇ ਬਹੁਤਾ ਖੁਸ਼ ਨਹੀਂ ਹੋਣਾ, ਚਲਾ ਜਾਏ ਤੇ ਦੁਖੀ ਨਹੀਂ ਹੋਣਾ। ਪੰਥ ਵਿਖੇ ਦੇਖਿਓ ਸੰਤ ਜੈਸਾ, ਕਰ ਸਮਾਨ ਬਿਰਤੀ ਹੈ ਤੈਸਾ। ਕਹਿੰਦੇ ਰਾਹ ਦੇ ਵਿੱਚ ਜਿਹੜਾ ਪੰਛੀਆਂ ਦਾ ਤਮਾਸ਼ਾ ਵੇਖਿਆ ਹੈ ਕਿ ਘਰ ਆਏ ਹੋਏ ਮਹਿਮਾਨ ਨੂੰ ਭੋਜਨ ਲੰਗਰ ਛਕਾਉਣ ਦੇ ਵਾਸਤੇ ਆਪਣਾ ਆਪ ਵੀ ਤਨ ਮਨ ਵੀ ਸਾੜਨਾ ਪੈ ਜੇ, ਸਭ ਕੁਝ ਵੀ ਵੇਚਣਾ ਪੈ ਜੇ, ਪਰ ਘਰ ਆਏ ਹੋਏ ਨੂੰ ਭੁੱਖਾ ਨਹੀਂ ਜਾਣ ਦਿੰਦਾ। ਇਹ ਗ੍ਰਸਤੀ ਦਾ ਧਰਮ ਹੈ। ਪਾਏ ਪਦਾਰਥ ਹਰਖ ਨ ਕੀਨਾ, ਗਇਓ ਜਾਸ ਤੇ ਸ਼ੋਕ ਨ ਕੀਨਾ। ਕਹਿੰਦੇ ਜਿਵੇਂ ਰਾਹ ਦੇ ਵਿੱਚ ਉਸ ਸੰਤ ਦਾ ਤਮਾਸ਼ਾ ਦੇਖਿਆ ਕਿ ਉਹਨੇ ਬਹੁਤ ਕੁਝ ਪ੍ਰਾਪਤ ਕੀਤਾ, ਖੁਸ਼ ਨਹੀਂ ਹੋਇਆ, ਸਾਰਾ ਕੁਝ ਚਲਾ ਗਿਆ ਤੇ ਦੁਖੀ ਨਹੀਂ ਹੋਇਆ। ਗ੍ਰਸਤ ਧਰਮ ਚਾਹਤ ਜੇ ਕਰਨਾ, ਤਿਉ ਪੰਖੇ ਜੋ ਕਰੋ ਅਚਰਣਾ। ਜੇ ਸੰਤ ਬਣਨਾ ਤੇ ਉਸ ਸੰਤ ਵਰਗਾ ਬਣੀ, ਗ੍ਰਸਤੀ ਧਾਰਨ ਕਰਨੀ ਤੇ ਉਹ ਪੰਛੀ ਨੇ ਜਿਹੜੇ ਪੰਛੀਆਂ ਤੋਂ ਸਿੱਖਿਆ ਲੈ ਉਹਨਾਂ ਵਰਗਾ ਬਣੀ। ਹੇਤ ਅਤਿਥ ਕੇ ਦੁੱਖ ਨਾ ਵਿਚਾਰਿਓ, ਖਿਨ ਮੈਂ ਨਿਜ ਸਰੀਰ ਪਰ ਹਰਿਓ। ਕਿ ਘਰ ਆਏ ਹੋਏ ਅਤਿਥੀ, ਘਰ ਆਏ ਹੋਏ ਮਹਿਮਾਨ ਦੀ ਸੇਵਾ ਕਰਨ ਵਾਸਤੇ ਉਹਨਾਂ ਇੱਕ ਖਿਨ ਵੀ ਵਿਚਾਰ ਨਹੀਂ ਕੀਤੀ ਕਿ ਅਸੀਂ ਸੜ ਕੇ ਮਰ ਜਾਵਾਂਗੇ, ਪਰ ਘਰ ਆਏ ਹੋਏ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਸਾੜ ਵੀ ਦਿੱਤਾ। ਤਿੰਨੋਂ ਇਹ ਵਿਚਾਰੀਏ ਨੀਕੇ, ਕਰੋ ਆਪ ਜੋ ਸ਼ਰਧਾ ਜੀ ਕੀ। ਸਤਿਗੁਰੂ ਜੀ ਕਹਿੰਦੇ ਨੇ ਇਹ ਤਿੰਨੇ ਤੈਨੂੰ ਵਿਖਾ ਦਿੱਤੇ ਨੇ ਭਾਈ। ਹੁਣ ਜਿਵੇਂ ਦੇ ਤੇਰੀ ਸ਼ਰਧਾ ਹੈ, ਜੋ ਕੁਛ ਕਰਨਾ ਉਹਨੂੰ ਸੱਚੇ ਦਿਲੋਂ ਕਰੀ। ਪਰ ਸਿੱਖ ਦੇ ਵਿੱਚ ਤਿੰਨੇ ਗੁਣ ਨੇ। ਸਿੱਖ ਗ੍ਰਸਤੀ ਵੀ ਹੈ, ਸਿੱਖ ਫਕੀਰ ਵੀ ਹੈ,
ਸਿੱਖ ਮਾਇਆ ਜੋੜਦਾ ਵੀ ਹੈ ਤੇ ਸਿੱਖ ਘਰ ਆਏ ਹੋਏ ਨੂੰ ਖਾਲੀ ਜਾਣ ਵੀ ਨਹੀਂ ਦਿੰਦਾ। ਪਰ ਇੱਕ ਆਮ ਕਹਾਵਤ ਹੈ, ਜੇ ਫਕੀਰ ਬਣ ਗਿਆ ਤੇ ਫਕੀਰ ਨੇ ਜੇ ਇੱਕ ਕੌਡੀ ਵੀ ਜੋੜੀ ਹੈ ਨਾ, ਸੱਚ ਜਾਣੋ ਫਕੀਰ ਕੌਡੀ ਦਾ ਹੀ ਨਹੀਂ। ਫਕੀਰ ਦਾ ਕੀ ਕੰਮ ਜੋੜਨ ਦਾ। ਪਰ ਜੇ ਗ੍ਰਸਤੀ ਹੈ, ਗ੍ਰਸਤੀ ਦੇ ਪੱਲੇ ਇੱਕ ਕੌਡੀ ਨਹੀਂ ਤੇ ਫਿਰ ਉਹ ਗ੍ਰਸਤੀ ਵੀ ਇੱਕ ਕੌਡੀ ਦਾ ਹੀ ਨਹੀਂ। ਕਿਉਂਕਿ ਗ੍ਰਸਤੀ ਦਾ ਕੰਮ ਤੇ ਰੁਪਈਏ ਪੈਸੇ ਤੋਂ ਬਿਨਾਂ ਚੱਲਦਾ ਹੀ ਨਹੀਂ ਨਾ। ਹੁਣ ਸਤਿਗੁਰੂ ਜੀ ਕਿਰਪਾ ਕਰਕੇ ਉੱਥੇ ਸਮਝਾਉਂਦੇ ਨੇ ਭਾਈ ਸਿੱਖ ਨੂੰ ਅਸੀਂ ਤਿੰਨੇ ਗੁਣ ਬਖਸ਼ੇ ਨੇ। ਸਿੱਖ ਗ੍ਰਸਤੀ ਦੇ ਵਿੱਚ ਰਹਿ ਕੇ ਫਕੀਰ ਵੀ ਹੈ, ਸਿੱਖ ਜਿਹੜਾ ਹੈ ਗ੍ਰਸਤੀ ਦੇ ਵਿੱਚ ਰਹਿ ਕੇ ਉਹ ਜੋੜਦਾ ਵੀ ਹੈ, ਪਰ ਜੋੜ ਜੋੜ ਕੇ ਇਕੱਠਾ ਨਹੀਂ ਕਰਦਾ, ਉਹ ਜੋੜਦਾ ਹੈ ਫਿਰ ਲੋੜਵੰਦਾਂ ਦੀ ਮਦਦ ਵੀ ਕਰਦਾ ਹੈ। ਸੁਣ ਕੈ ਸਿੱਖ ਅਧੀਰਜ ਧਰਨੇ, ਕਹਿ ਕੋ ਭਇਓ ਸਮਰਥ ਨਾ ਕਰਨੇ। ਇਹ ਸੁਣ ਕੇ ਉਹ ਸਿੱਖ ਜਿਹੜਾ ਹੈ ਆਪਣਾ ਜਿਵੇਂ ਧੀਰਜ ਗਵਾ ਬੈਠਾ, ਘਬਰਾ ਗਿਆ ਕਿ ਤਿੰਨਾਂ ਵਿੱਚੋਂ ਕਿਸੇ ਵੀ ਆਸ਼ਰਮ ਨੂੰ ਧਾਰਨ ਕਰਨਾ ਮੇਰੀ ਤੇ ਸਮਰੱਥਾ ਹੀ ਨਹੀਂ। ਕਿਉਂਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪਾਵਨ ਬਚਨ ਬਾਣੀ ਦੇ ਵਿੱਚ ਵੀ ਕਹੇ ਨੇ ਵੀ ਇਹ ਸਿੱਖੀ ਦਾ ਰਸਤਾ, ਭਗਤਾਂ ਦਾ ਰਸਤਾ ਇੰਨਾ ਸੌਖਾ ਨਹੀਂ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਬੜਾ ਔਖਾ ਹੈ। ਕਿੰਨਾ ਔਖਾ ਹੈ ਜੀ। ਕਹਿੰਦੇ ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਇਹ ਰਿਸ਼ਤਾ ਬੜਾ ਔਖਾ ਹੈ, ਪਰ ਜਿਹੜਾ ਇਸ ਵਿੱਚ ਚੱਲ ਪਵੇ ਨਾ ਫਿਰ ਖੰਡੇ ਤੋਂ ਤਿੱਖੇ ਦੇ ਵਾਲ ਤੋਂ ਬਰੇਕ ਦੇ ਰਸਤੇ 'ਤੇ ਚੱਲਣ ਦਾ ਉਹਨੂੰ ਆਨੰਦ ਹੀ ਵੱਖਰਾ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਕੇ ਸਮਝਾਉਂਦੇ ਨੇ, ਪਰ ਇਹ ਹੁਣ ਵਿਚਾਰ ਕਰ ਰਿਹਾ ਕਿ ਕਿਹਨੂੰ ਧਾਰਨ ਕਰਾਂ। ਕੰਮ ਤੇ ਬੜਾ ਔਖਾ ਹੈ। ਹਾਥ ਜੋੜ ਕੇ ਬਚਨ ਬਖਾਨੇ, ਇਹ ਤਿੰਨੋਂ ਦੁਸਤਰ ਮੈਂ ਜਾਣੇ। ਇਹਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਕੰਮ ਤੇ ਤਿੰਨੇ ਬੜੇ ਔਖੇ ਨੇ, ਕਿਹੜਾ ਕਰਾਂ। ਹੋਏ ਆਵਤ ਇੱਕ ਪਾਸ ਨ ਮੇਰੇ, ਕਰੇ ਜੇ ਨਰਸੇ ਧਨ ਵਡੇਰੇ। ਸਤਿਗੁਰੂ ਜੀ ਮੇਰੇ ਕੋਲੋਂ ਤੇ ਸੱਚ ਜਾਣੋ, ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੋਣਾ, ਤੇ ਜਿਹੜੇ ਤਿੰਨਾਂ ਵਿੱਚੋਂ ਇੱਕ ਵੀ ਕਰਦੇ ਨੇ ਉਹਨਾਂ ਦੇ ਤੇ ਭਾਗ ਵੀ ਬੜੇ ਵੱਡੇ ਨੇ, ਬੜੇ ਉਤਮਤਾਂ ਦੇ ਯੋਗ ਨੇ। ਪਰ ਤੁਸੀਂ ਕਹਿੰਦੇ ਹੋ ਤੁਹਾਡੇ ਸਿੱਖ ਤਿੰਨੇ ਕੰਮ ਕਰਦੇ ਨੇ, ਫਿਰ ਉਹ ਸਿੱਖ ਕਿੰਨੇ ਕੁ ਵੱਡੇ ਹੋਣਗੇ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਵੀ ਕਹੇ ਨੇ, ਭਾਵੇਂ ਸੰਤ ਭਗਤ ਜਪਣ ਵਾਲੇ ਸਾਰਿਆਂ ਦਾ ਸਤਿਕਾਰ ਗੁਰੂ ਨੇ ਕੀਤਾ, ਸਭ ਨੂੰ ਧੰਤਾਂ ਦੇ ਯੋਗ ਕਿਹਾ। ਪਰ ਸਤਿਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਸਰਣੀ ਸਿੱਖ ਪੜ੍ਹਦਿਆਂ ਜਿਹੜੇ ਗੁਰੂ ਦੇ ਚਰਨ ਵਿੱਚ ਆ ਕੇ ਪੈ ਜਾਣ, ਜਿਹੜੇ ਸੱਚਮੁੱਚ ਸਿੱਖੀ ਨੂੰ ਕਮਾ ਲੈਣ। ਸਤਿਗੁਰੂ ਜੀ ਇਸੇ ਤਰ੍ਹਾਂ ਉਪਦੇਸ਼ ਦਿੰਦੇ ਨੇ। ਅੱਗੇ ਜੋ ਬਚਨ ਕਰਨਗੇ ਆਪਾਂ ਕੱਲ੍ਹ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ।